ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਭਾਏ। ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਈ ਤਿਉ ਚੱਲੀਐ ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰਹਿਣ ਜਾਲ ਦਿਨ ਹੁਆ ਜੀਤੀ ਘੜੀ ਫਾਹੀ ਤੇਤੀ। ਰਸ ਰਸ ਚੁਗ ਚੁਗੈ ਨਿਤ ਫਾਸੈ। ਰਸ ਰਸ ਚੁਗ ਚੁਗੈ ਨਿਤ ਫਾਸੈ। ਛੂਟ ਸਮੂੜੀ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੂਆ। ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੀ ਤਿਸ ਉਪਰ ਮਨ ਜਲਿਆ। ਸੰਨੀ ਚਿੰਤਾ ਭਈ ਭਇਆ ਮਨੂਰ ਕੰਚਨ ਫਿਰ ਹੂਵੈ। ਜੀ ਗੁਰ ਮਿਲੈ ਤਨੀਹਾ ਏਕ ਨਾਮ ਅੰਮ੍ਰਿਤ ਦੀਵੈ। ਤੋ ਨਾਨਕ ਤ੍ਰਸਟ ਸਦੀਹਾ ਭਇਆ ਮਨੂਰ ਕੰਚਨ ਫਿਰ ਹੂਵੈ। ਜੀ ਗੁਰ ਮਿਲੇ ਤਨੀਹਾ ਏਕ ਨਾਮ ਅੰਮ੍ਰਿਤ ਦੀਵੈ। ਤੋ ਨਾਨਕ ਤ੍ਰਿਸਟ ਸਦੀਹਾ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਪਰਮ ਸਨਮਾਨਯੋਗ ਜੁਗੂ ਜੁਗੀ ਅਟਲ ਸ਼ਬਦ ਅਵਤਾਰ ਬਾਣੀ ਕੇ ਬੋਹੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਘੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤ ਬਾਬਾ ਟਹਿਲਦਾਡੀ ਸਲੇਮਟਾਬਰੀ ਲੁਧਿਆਣਾ ਵਿਖੇ ਪਾਵ ਸੁਹਾਵੈ ਤਉ ਤਰ ਜੁਲਦੇ ਸੀ ਸੁਹਾਵਾ ਚਰਣੀ। ਮੁਖ ਸੁਹਾਵਾ ਜਬ ਤਉ ਡਸ ਗਾਵੈ ਜੀਵ ਪਿਆ ਤਉ ਸਰਣੀ। ਸਤਿਗੁਰੂ ਦੀ ਨਿੱਘੀ ਗੋਦ ਦੇ ਅੰਦਰ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੀ ਆਦਰਣੀਏ ਸਤਿਕਾਰਯੋਗ ਸਾਧ ਸੰਗਤ ਜੀ। ਜੈ ਗੁਰਦੀਪ ਧੰਨ ਗੁਰਦੀਪ ਜੈ ਸਤਿਗੁਰੂ ਰਵਿਦਾਸ ਜੀ ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਰਣੀਏ ਸਤਿਕਾਰਯੋਗ ਸਾਧ ਸੰਗਤ ਜੀ ਧੰਨ ਭਾਗੀ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਮਾਰੂ ਅੰਦਰ ਅਤੇ ਅੰਗ 990 ਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਾਰਗ ਤੋਂ ਭੁੱਲਿਆਂ ਨੂੰ ਮੰਜ਼ਿਲ ਤੋਂ ਖੁੰਝਿਆਂ ਨੂੰ ਵਿਕਾਰਾਂ ਦੇ ਵਿੱਚ ਗ੍ਰਸਿਆਂ ਨੂੰ ਮਨਮੁਖ ਜੀਵਾਂ ਨੂੰ ਗਿਆਨ ਦਿੰਦੇ ਨੇ। ਤੇ ਇਹ ਸ਼ਬਦ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ। ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੀ ਸਰੂਪ ਗੁਰੂ ਨਾਨਕ
ਸਾਧ ਸੰਗਤ ਜੀ, ਜੀਵਨ ਦੇ ਅੰਦਰ ਜਦੋਂ ਕਿਸੇ ਮੰਜ਼ਿਲ 'ਤੇ ਪੁੱਜਣਾ ਹੋਵੇ, ਕਿਸੇ ਵਣਜ ਵਪਾਰ ਲਈ ਚੱਲਣਾ ਹੋਵੇ, ਤਾਂ ਉਸ ਨਾਲ ਸੰਬੰਧਿਤ ਜਿਹੜੇ ਜੀਵ ਹੋਇਆ ਕਰਦੇ ਨੇ ਵਪਾਰੀ ਲੋਕ, ਉਹਨਾਂ ਦੇ ਨਾਲ ਸਾਂਝ ਪੈਦਾ ਕੀਤੀ ਜਾਂਦੀ ਹੈ। ਅਤੇ ਸਾਧ ਸੰਗਤ ਸਵਾਸਾਂ ਰੂਪੀ ਪੂੰਜੀ ਨੂੰ ਸਫਲ ਕਰਨ ਲਈ, ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਜਿਵੇਂ ਸੰਸਾਰ ਤੇ ਰਾਹੀਂ ਚੱਲੇ ਨੇ, ਅਤੇ ਸਾਧ ਸੰਗਤ ਦੀ ਉਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਇਤਿਹਾਸ ਸਾਖੀ ਹੈ ਕਿ ਕਰੀਬ 22 ਸਾਲ ਲਗਾਤਾਰ ਗੰਗਾ ਹਰਿਦੁਆਰ ਦੀ ਯਾਤਰਾ 'ਤੇ ਜਾਂਦੇ ਨੇ। ਅਤੇ ਸਾਧ ਸੰਗਤ ਦੀ ਉਮਰ ਉਹੀ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜ਼ਰੇ, ਚਰਨ ਚੱਲੈ ਮਾਰਗ ਗੋਬਿੰਦ, ਹਿਰਦੇ ਤੋਂ ਅੰਦਰ ਤੜਪੀ ਪਿਆਰੀ ਭਾਵਨਾਈ ਸ਼ਰਧਾਈ, ਚਰਨ ਤੇ ਚੱਲੇ ਨਹੀਂ ਪਰ ਸਾਧ ਸੰਗਤ ਦੀ ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਗੁਰਬਿਨ ਸਾਖੀ ਬਾਕੀ ਮਾਣੂ ਕੱਲੇ, ਉੱਠੀ ਚੱਲੇ ਸਾਧ ਨਾਹੀ ਅਵੇਹੇ ਗੱਲੇ। ਪਰ ਹਿਰਦੇ ਦੇ ਅੰਦਰ ਆਨੰਦ ਨਹੀਂ ਪ੍ਰਾਪਤ ਹੋ ਰਿਹਾ, ਟਿਕਾਓ ਨਹੀਂ ਪ੍ਰਾਪਤ ਹੋ ਰਿਹਾ, ਹਿਰਦਾ ਤੜਪਦਾ ਹੀ, ਮਨ ਡੋਲਦਾ ਹੀ। ਤੇ ਸਾਧ ਸੰਗਤ ਜੀ ਸਾਹਿਬ ਦੀ ਐਸੀ ਬਖਸ਼ਿਸ਼ ਹੋਈ, ਆਮ ਆਖਿਆ ਜਾਂਦਾ ਹੈ ਕਿ ਮਿਹਨਤ ਨਹੀਂ ਜਾਂਦੀ ਬਰਬਾਦ ਕਿਸੇ ਦੀ, ਕੀਤੀ ਹੋਈ ਘਾਲ ਕਮਾਈ ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਇੱਕ ਤਿਲ ਨਹੀਂ ਭੰਨੇ ਘਾਲ ਹੈ। ਪਰ ਪਿਤਾ ਪਰਮੇਸ਼ਰ ਤੇ ਇੱਕ ਪਲ ਦੀ ਕੀਤੀ ਹੋਈ ਸੇਵਾ ਘਾਲ ਕਮਾਈ ਪਾਤਸ਼ਾਹ ਕਹਿੰਦੇ ਨੇ ਕਦੇ ਵੀ ਪਰਮ ਪਿਤਾ ਪਰਮਾਤਮਾ ਅੱਖੋਂ ਪਰੋਖੇ ਨਹੀਂ ਕਰਦਾ ਏ। ਇੱਥੇ ਤੇ ਸੱਸ ਨੂੰ 22 ਸਾਲ ਲਗਾਤਾਰ ਯਾਤਰਾ ਏ, ਤੇ ਅੱਜ ਸਾਧ ਸੰਗਤ ਦੀ ਵੱਡੀ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੈ ਹਰ ਸੇਵਾ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮੇਸ਼ਰ ਦਿਆਲ ਹੁੰਦਾ ਏ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਨਸੀਬ ਹੋ ਜਾਂਦੀ ਹੈ। ਅੱਜ 22ਵੀਂ ਵਾਰ ਯਾਤਰਾ 'ਤੇ ਜਾ ਰਹੇ ਨੇ ਹਰਿਦੁਆਰ ਗੰਗਾ ਦੀ ਤੱਟ 'ਤੇ, ਅਤੇ ਉੱਥੇ ਇੱਕ ਬ੍ਰਹਮਚਾਰੀ ਸਤਪੁਰਸ਼ਾਂ ਦੇ ਨਾਲ ਮਿਲਾਪ ਹੋਇਆ ਏ, ਅਤੇ ਸਾਧ ਸੰਗਤ ਜੀ ਐਸਾ ਮਿਲਾਪ ਹੋਇਆ ਏ, ਵਿਚਾਰਾਂ ਵਿੱਚ ਵੱਡੀ ਸਾਂਝ ਪਿਆਰ ਬਣਿਆ ਏ। ਅਤੇ ਜਦੋਂ ਵਾਪਸ ਆਉਂਦੇ ਨੇ ਸਾਧ ਸੰਗਤ ਜੀ ਉਹ ਬ੍ਰਹਮਚਾਰੀ ਸਤਪੁਰਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗ੍ਰਹਿ ਵਿਖੇ ਇੱਕ ਰਾਤ ਦਾ ਵਿਸ਼ਰਾਮ ਕਰਦੇ ਨੇ। ਪਰ ਗੱਲਾਂ ਅੰਦਰ, ਵਿਚਾਰਾਂ ਅੰਦਰ ਬ੍ਰਹਮ ਗਿਆਨੀ ਮਹਾਂਪੁਰਸ਼ ਪੁੱਛਦੇ ਨੇ, ਪੁਰਖਾ ਤੁਸੀਂ ਬੜੇ ਸਹਿਜ ਸੁਭਾਅ ਵਿੱਚ ਸੇਵਾ ਕਮਾਉਂਦੇ ਹੋ, ਤੁਸੀਂ ਕਿਰਪਾ ਕਰਕੇ ਆਪਣੇ ਗੁਰਾਂ ਦੀ ਚਰਨਾਂ ਦੀ ਰਹਿਮਤ ਦੀ ਬਚਨ ਤਾਂ ਸੁਣਾਓ, ਆਪਣੇ ਗੁਰੂ ਚਰਨਾਂ ਦਾ ਆਸ਼ੀਰਵਾਦ ਕਿਵੇਂ ਮਿਲਿਆ ਏ, ਕਿਵੇਂ ਗੁਰੂ ਚਰਨਾਂ ਵਿੱਚੋਂ ਗਿਆਨ ਪ੍ਰਾਪਤ ਕੀਤਾ ਏ, ਇਹ ਬਚਨ ਤੇ ਸਾਂਝੇ ਕਰੋ। ਜਦੋਂ ਇਹ ਬਚਨ ਧੰਨ ਗੁਰੂ ਅਮਰਦਾਸ ਜੀ ਸਰਵਣ ਕਰਦੇ ਨੇ ਤੇ ਸਾਧ ਸੰਗਤ ਜੀ ਹਿਰਦੇ ਦੇ ਅੰਦਰ ਬੈਰਾਗ ਤੜਪਣਾ ਵੱਧ ਜਾਂਦੀ ਹੈ, ਕਿਉਂਕਿ ਉਹਨਾਂ ਨੇ ਅਜੇ ਤੱਕ ਗੁਰੂ ਚਰਨਾਂ ਦੇ ਅੰਦਰ ਸੀਸ ਭੇਟ ਨਹੀਂ ਕੀਤਾ, ਗੁਰੂ ਚਰਨਾਂ ਵਿੱਚ ਥਾਂ ਨਸੀਬ ਨਹੀਂ ਹੋਈ। ਅਤੇ ਸਾਸੀ ਭਰੇ ਮਨ ਦੇ ਨਾਲ ਸਹਿਬ ਬਚਨ ਕਰਦੇ ਨੇ ਕਿ ਸਤਿਪੁਰਸ਼ੋ ਸੱਚ ਕਹਿੰਦੇ ਹਾਂ ਕਿ ਅੱਜ ਤੱਕ ਅਜੇ ਗੁਰੂ ਵਾਲੇ ਨਹੀਂ ਬਣੇ ਹਾਂ, ਗੁਰੂ ਚਰਨਾਂ ਵਿੱਚ ਥਾਂ ਨਹੀਂ ਮਿਲੀ। ਅਤੇ ਸਾਧ ਸੰਗਤ ਜੀ ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਉਹ ਬ੍ਰਹਮਚਾਰੀ ਮਹਾਂਪੁਰਸ਼ਾਂ ਨੇ ਇੱਕ ਰਮਜ ਮਾਰੀ ਏ। ਸਾਧ ਸੰਗਤ ਜੀ ਬਚਨ ਕੀ ਆਖਿਆ ਏ, ਆਖਦੇ ਨੇ ਪੁਰਖਾ ਤੇਰਾ ਨਗੁਰੇ ਦਾ ਸੰਗ ਸਾਨੂੰ ਪ੍ਰਾਪਤ ਹੋ ਗਿਆ ਏ ਅਤੇ ਸਾਡਾ ਜਿਹੜਾ ਜਨਮ ਵਿਅਰਥਾ ਚਲੇ ਗਿਆ। ਸਾਧ ਸੰਗਤ ਦੀ ਰਮਜ ਦਾ, ਵਿਚਾਰ ਦਾ
ਸਮਝਾਉਣ ਦਾ ਢੰਗ ਹੈ। ਕਹਿੰਦੇ ਪੁਰਖਾ ਅਸੀਂ ਨਿਗੁਰੇ ਦੇ ਨਾਲ ਇਤਨਾ ਸਮਾਂ ਬਿਤਾ ਦਿੱਤਾ ਤੇ ਸਾਡਾ ਤੇ ਜਨਮ ਹੀ ਭ੍ਰਿਸ਼ਟ ਹੋ ਗਿਆ, ਵਿਅਰਥ ਚਲੇ ਗਿਆ। ਤੇ ਸਾਧ ਸੰਗੜੀ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੀ ਮਨ ਮੇਰੇ। ਗੁਰ ਕਰ ਸੱਚ ਸੁਪਨ, ਅਗਨ ਕੱਟੈ ਸਭ ਤੇਰੇ। ਗੁਰ ਨੈਣ ਗੁਰੂ ਦ੍ਰਿਸ਼ਟੀ ਵਰਸ਼ਦੇ ਨੇ। ਗੁਰ ਨੈਣ ਬੈਣ ਗੁਰ, ਗੁਰੂ ਸੋਹਣੇ ਬਚਨਾਂ ਦੀ, ਸਮਝ ਵਾਲੇ ਬਚਨਾਂ ਦੀ ਕਿਰਪਾ ਕਰਦੇ ਨੇ। ਗੁਰ ਨੈਣ ਬੈਣ ਗੁਰ, ਗੁਰ ਕਰੂ, ਇਸ ਲਈ ਗੁਰੂ ਵਾਲੇ ਹੋਣਾ ਚਾਹੀਦਾ। ਗੁਰ ਨੈਣ ਬੈਣ ਗੁਰ, ਗੁਰ ਕਰੂ। ਗੁਰ ਸਤ ਕਾਵ ਨਲ ਕਹੈ, ਜਿਨ ਗੁਰੂ ਨੇ ਦੇਖਿਓ। ਨਹਿ ਕੀਓ ਤੇ ਅਕਿਆ ਸੰਸਾਰ ਮੈਂ। ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਅਜੇ ਥਾਂ ਨਹੀਂ ਪ੍ਰਾਪਤ ਕੀਤੀ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਤੇ ਸਾਧ ਸੰਗਤ ਸਾਹਿਬ ਦੇ ਬਚਨਾਂ ਉਹਨਾਂ ਦਾ ਇਸ ਧਰਤੀ ਤੇ ਆਉਣਾ ਵਿਅਰਥ ਹੈ, ਨਿਸਫਲ ਹੈ। ਤੇ ਜਦੋਂ ਇਹ ਬਚਨਾਂ ਦੀ ਸਾਂਝ ਬ੍ਰਹਮਚਾਰੀ ਮਹਾਂਪੁਰਸ਼ਾਂ ਕੋਲੋਂ ਧੰਨ ਬਾਬਾ ਅਮਰਦਾਸ ਜੀ ਨੇ ਸਰਵਣ ਕੀਤੀ ਤੇ ਸਾਡੇ ਹਿਰਦੇ ਦੇ ਅੰਦਰ ਬੇਦਨਾ ਤੜਪ ਬੜੀ ਵਧੀ, ਟਿਕਾਉ ਨਹੀਂ ਆ ਰਿਹਾ ਏ। ਸਾਧ ਸੰਗਤ ਦੀ ਮਨ ਦੀ ਵੇਦਨਾ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹੋਂ ਤਿਸ ਪੈ ਆਪ ਵਿਚਾਈ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਦਰਸ਼ਨ ਹਰ ਦੇਖਣ ਕੈ ਤਾਈ, ਦਰਸ਼ਨ ਹਰ ਦੇਖਣ ਕੈ ਤਾਈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਸਾਹਿਬ ਦੇ ਬਚਨ ਹਨ, ਕੋਈ ਮੈਨੂੰ ਪਰਮ ਪਿਤਾ ਪਰਮੇਸ਼ਰ ਪ੍ਰੀਤਮ ਨਾਲ ਮਿਲਾਉਣ ਵਾਲਾ ਮਿਲ ਜਾਏ ਤਾਂ ਉਹਦੀ ਚਰਨਾਂ ਦੇ ਅੰਦਰ ਮੈਂ ਆਪਣਾ ਤਨ ਤੇ ਮਨ ਸਭ ਕੁਛ ਭੇਟਾ ਆਪਣਾ ਆਪ ਹੀ ਵੇਚ ਦਿਆਂਗਾ। ਇਹ ਪੁੱਛਿਆ ਵੇਚਣਾ ਕਿਉਂ ਹੈ? ਪਾਤਸ਼ਾਹ ਕਹਿੰਦੇ ਨੇ, ਦਰਸ਼ਨ ਹਰ ਦੇਖਣ ਕੈ ਤਾਈ, ਇੱਕ ਭੂਰੀ ਦਰਸ਼ਨ ਦੀਦੇ। ਇੱਕ ਪਲ ਲਈ ਦਰਸ਼ਨ ਹੋ ਜਾਣ, ਕਹਿੰਦੇ ਇਹ ਤਨ ਵਾਰਦੇ ਆ। ਇਸ ਲਈ ਅੱਜ ਹਿਰਦੀ ਦੀ ਤੜਪ ਵਧੀ ਤੇ ਸਾਧ ਸੰਗਤ ਦੀ ਧੁਰੋਂ ਲੇਖ ਐਸੇ ਲਿਖੇ ਨਹੀਂ ਕਿ ਧੰਨ ਬਾਬਾ ਅਮਰਦਾਸ ਜੀ ਦੇ ਵੱਡੀ ਭਾਈ ਦਾ ਸੁਪੁੱਤਰ ਸਾਧ ਸੰਗਤ ਦੀ ਧੰਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਪੁੱਤਰੀ ਨੂੰ ਵਿਆਹੇ ਹੋਏ। ਮਾਈਆਂ ਰੱਬ ਰਜਾਈਆਂ, ਸੁਹਾਗਣ ਕਿਆ ਕਹਿਤੇ ਨੇ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ। ਉਹ ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ, ਜਿਹੜੀ ਬਾਬਾ ਅਮਰਦਾਸ ਜੀ ਦੀ ਵੱਡੇ ਭਾਈ ਦੇ ਸੁਪੁੱਤਰ ਨੂੰ ਵਿਆਹੀ ਹੋਈ। ਅੰਮ੍ਰਿਤ ਵੇਲਾ ਹੋਇਆ ਏ। ਹਰ ਤਾਨੇ ਅੰਮ੍ਰਿਤ ਵੇਲੇ ਬਤੈ ਕਾ ਬੀਦਿਆ, ਭਗਤ ਖਾਈ ਖਰਚ ਰਹਿ। ਹਰ ਤਾਨੇ ਅੰਮ੍ਰਿਤ ਵੇਲੇ ਬਤੀ ਕਾ ਬੀਦਿਆ, ਭਗਤ ਖਾਏ ਖਰਚ ਰਹਿ ਨੇ ਖੁਟੈ ਨਾਹੀ। ਇਸ ਹਰ ਨਾਮ ਧਨ ਕੀ, ਭਗਤਾਂ ਕੋ ਮਿਲੀ ਵਡਿਆਈ। ਉਹ ਮਾਤਾ ਬੀਬੀ ਅਮਰ ਕੌਰ ਜੀ, ਜਿਨ੍ਹਾਂ ਦੀ ਹਿਰਦੇ ਅੰਦਰ ਰੋਮ ਰੋਮ ਵਿੱਚ ਸਤਿਗੁਰਾਂ ਦੀ ਬਾਣੀ ਰਮੀ ਹੋਈ ਹੈ, ਆਤਮਾ ਰੂਹ ਰੰਗੀ ਹੋਈ ਹੈ। ਅੰਮ੍ਰਿਤ ਵੇਲੇ ਸਾਧ ਸੰਗਤ ਦੀ ਸਾਰੀ ਰਾਤ ਟਿਕਾ ਨਹੀਂ। ਧੰਨ ਬਾਬਾ ਅਮਰਦਾਸ ਜੀ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ 4 ਵਜੇ, ਬੀਬੀ ਅਮਰ ਕੌਰ ਜੀ ਦਹੀਂ ਰਿੜਕਦੇ ਨਹੀਂ, ਮਧਾਣੀ ਫਿਰਦੀ, ਹਰ ਸਵਾਸ ਦੇ ਨਾਲ ਬਚਨ ਪੜ੍ਹਦੇ ਨੇ। ਕਾਇਆ ਕਾਗਦ ਮਨ ਪਰਵਾਣੀ, ਬੁਰਾ ਭਲਾ ਦੁਇ ਲੇਖ ਪਈ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾਹੀ ਅੰਤ ਹਰੇ।
ਚਿਤ ਚੀਤਸ ਕੀ ਨਹੀਂ ਬਾਵਰਿਆ, ਚਿਤ ਚੀਤਸ ਕੀ ਨਹੀਂ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੇ ਪਾਹੇ ਤੇਤੇ, ਰਸ ਰਸ ਚੂਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੂਆ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੈ, ਭਇਆ ਮਨੂਰ ਕੰਚਨ ਫਿਰ ਹੋਵੈ, ਡੇ ਗੁਰ ਮਿਲੈ ਤਨੀਹਾ, ਏਕ ਨਾਮ ਅੰਮ੍ਰਿਤਿ ਦੇਵੈ, ਤੋ ਨਾਨਕ ਤ੍ਰਿਸ ਤ੍ਰਿਸ ਦੀਆ। ਪੂਰਾ ਸ਼ਬਦ ਸੁਣਿਆ ਜਦੋਂ ਬਚਨ ਕੰਨਾਂ ਵਿੱਚ ਪੈ ਨਾ, ਭਇਆ ਮਨੂਰ ਕਾਂਚਨ ਫਿਰ ਹੋਵੈ, ਡੇ ਗੁਰ ਮਿਲੇ ਤਨੀਹਾ। ਜੇ ਪਰਮ ਪਿਤਾ ਪਰਮੇਸ਼ਰ ਤੇਰੀ ਰਹਿਮਤ, ਤੇਰੇ ਵਰਗਾ ਹੀ ਗੁਰੂ ਮਿਲ ਜਾਏ ਤਾਂ ਕਹਿੰਦੇ ਮਨ ਜਿਹੜਾ ਏ ਸੜ ਕੇ ਜਿਹੜਾ ਮਨੂਰ ਹੋ ਚੁੱਕਿਆ ਏ, ਪਾਰਸ ਦੀ ਛੋਹ ਜਿਵੇਂ ਪ੍ਰਾਪਤ ਕਰਕੇ ਲੋਹਾ ਸੋਨਾ ਬਣ ਜਾਂਦਾ ਏ, ਇਹ ਮਨ ਵੇ ਪਰਮੇਸ਼ਰ ਦੀ ਰਹਿਮਤ ਸਦਕਾ ਪ੍ਰਭੂ ਦਾ ਰੂਪ ਧਾਰਨ ਕਰ ਜਾਂਦਾ ਏ। ਗੱਡ ਕੇ ਆਖੂ ਸਤਨਾਮ ਸ੍ਰੀ। ਜਦੋਂ ਇਹ ਬਚਨ ਸਰਵਣ ਕੀਤੇ ਤੇ ਸਾਧ ਸੰਗਤ ਜੀ ਉਸੇ ਵੇਲੇ ਦਰਵਾਜ਼ਾ ਖੜਕਾ ਦਿੱਤਾ ਭਰਾ ਦਾ। ਬਚਨ ਆਖਿਆ, ਪੁੱਤਰੀ ਮੈਂ ਤੇਰਾ ਸਹੁਰਾ ਬੋਲਦਾ ਹਾਂ, ਪੁੱਤਰ ਦਰਵਾਜ਼ਾ ਖੋਲ। ਜਦੋਂ ਦਰਵਾਜ਼ਾ ਖੋਲਿਆ ਨਾ, ਮਾਤਾ ਅਮਰ ਕੌਰ ਜੀ ਨਮਸਕਾਰ ਕੀਤੀ, ਕਹਿੰਦੇ ਪਿਤਾ ਜੀ ਇਸ ਵੇਲੇ ਤੁਸੀਂ, ਕਹਿੰਦੇ ਪੁੱਤਰੀ ਅੱਜ ਹਿਰਦੇ ਦੇ ਅੰਦਰ ਤੜ ਪਈ ਗੁਰੂ ਦੇ ਮਿਲਾਪ ਦੀ। ਆ ਹੁਣੇ ਜਿਹੜੇ ਤੁਸੀਂ ਬਾਣੀ ਦੀ ਬਚਨ ਪੜ੍ਹ ਰਹੇ ਸੋ, ਉਹ ਬਾਣੀ ਉਹ ਬਚਨ, ਭਇਆ ਮਨੂਰ ਕਾਂਚਨ ਫਿਰ ਹੋਵੈ, ਜੇ ਗੁਰ ਮਿਲੇ ਤਨੀਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ ਤ੍ਰਿਸ ਦੀਆ। ਇਹ ਬਾਣੀ ਦੀ ਬੋਲ ਜਦੋਂ ਮੈਂ ਸੁਣ ਰਿਹਾ ਸਾਂ, ਮੇਰੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋ ਰਹੀ ਸੀ, ਧੀਰਜ ਆ ਰਿਹਾ ਸੀ, ਟਿਕਾਊ ਮਿਲ ਰਿਹਾ ਸੀ। ਪੁੱਤਰ ਦੱਸੇਗੀ ਇਹ ਬਾਣੀ, ਇਹ ਸ਼ਬਦ ਤੂੰ ਕਿੱਥੋਂ ਪ੍ਰਾਪਤ ਕੀਤੇ ਨੇ? ਤੇ ਮਾਤਾ ਅਮਰ ਕੌਰ ਜੀ ਬਚਨ ਕਰਦੇ ਨੇ, ਪਿਤਾ ਜੀ ਤੁਸੀਂ ਆਪਣੇ ਭਤੀਜੇ ਨੂੰ ਵਿਆਹੁਣ ਗਏ ਸੀ ਨਾ, ਤੇ ਅੱਜ ਇਹ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤੀ ਗਈ ਹੈ, ਤੇ ਅੱਜ ਸਾਹਿਬ ਗੁਰੂ ਨਾਨਕ ਦੀ ਗੁਰਗੱਦੀ ਤੇ ਤੁਹਾਡੇ ਕੁੜਮ ਦਾਸੀ ਦੇ, ਤੁਹਾਡੀ ਬੱਚੀ ਦੇ ਪਿਤਾ ਜੀ ਬਿਰਾਜਮਾਨ ਹਨ। ਗੱਜ ਕੇ ਆਖੂ ਸਤਨਾਮ ਸ੍ਰੀ। ਤੇ ਸਾਸੇ ਧੰਨ ਗੁਰੂ ਬਾਬਾ ਅਮਰਦਾਸ ਜੀ ਬਚਨ ਕਰਦੇ ਨੇ, ਪੁੱਤਰੀ ਉਸ ਦਿਨ ਤਾਂ ਅਸੀਂ ਪੁੱਤਰ ਨੂੰ ਵਿਆਹੁਣ ਗਏ ਸਾਂ ਕੁੜਮਾਂ ਦੇ ਘਰ, ਅੱਜ ਮੈਂ ਗੁਰੂ ਦੇ ਚਰਨਾਂ ਵਿੱਚ ਜਾਣਾ ਹੈ, ਤੇ ਪੁੱਤਰੇ ਤੂੰ ਮੇਰੇ ਨਾਲ ਚੱਲਣਾ ਹੈ। ਤੇ ਸਾਸਨ ਮਾਤਾ ਅਮਰ ਕੌਰ ਜੀ ਆਖਦੇ ਨੇ, ਪਿਤਾ ਜੀ ਤੁਹਾਡਾ ਵੀ ਬਚਨ ਸੱਚ ਹੈ, ਪਰ ਮੈਨੂੰ ਪਿਤਾ ਦੀ ਆਗਿਆ ਹੈ ਕਿ ਪੁੱਤਰ ਬਿਨਾਂ ਬੁਲਾਏ ਪੇਕੇ ਘਰ ਨਹੀਂ ਆਉਣਾ ਹੈ। ਕਿੱਡੀ ਵੱਡੀ ਗੱਲ ਆਖੀ ਸਤਿਗੁਰਾਂ ਨੇ ਸਾਨੂੰ ਸਮਝਾਉਣ ਲਈ। ਆਪਣੀ ਧੀਆਂ ਨੂੰ ਜਦੋਂ ਸ਼ਾਦੀ ਕੀਤੀ ਹੈ, ਪੁੱਤਰ ਬਿਨਾਂ ਬੁਲਾਇਆ ਪੇਕੇ ਘਰ ਨਹੀਂ ਆਉਣਾ ਹੈ। ਤੇ ਮਾਫ ਕਰਨਾ, ਅੱਡ ਪਰਿਵਾਰਾਂ ਵਿੱਚ 99% ਕਲੇਸ਼ ਉਦੋਂ ਹੁੰਦੇ ਨੇ ਜਦੋਂ ਧੀਆਂ ਸਹੁਰਿਆਂ ਤੋਂ ਜ਼ਿਆਦਾ ਸਮਾਂ ਪੇਕਿਆਂ ਵਿੱਚ ਰਹਿੰਦੀਆਂ ਨੇ। ਸਾਨੂੰ ਗੁਰੂ ਜੀ ਪਲ ਪਲ ਤੇ ਰਮਜਾਂ ਦਿੰਦੇ ਨੇ, ਸਮਝ ਦਿੰਦੇ ਨੇ ਕਿ ਅਸੀਂ ਜ਼ਿੰਦਗੀ ਦੇ ਅੰਦਰ, ਗ੍ਰਸਤ ਜੀਵਨ ਦੇ ਅੰਦਰ ਕਿਵੇਂ ਗ੍ਰਸਤ ਦੇ ਅੰਦਰ ਰਹਿ ਕਰਕੇ ਧਿਆਨਨ ਮੈਂ ਧਿਆਨ ਗੁਰ ਸਗਲ, ਧਿਆਨਨ ਮੈਂ ਧਿਆਨ ਗੁਰ, ਗਿਆਨਨ ਮੈਂ ਗਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗ੍ਰਸਤ ਦੇ ਅੰਦਰ ਰੱਬ ਦੀਆਂ ਖੁਸ਼ੀਆਂ ਲੈਣੀਆਂ ਨੇ। ਸਾਨੂੰ ਪਲ ਪਲ ਤੇ ਸਤਿਗੁਰੂ ਗਿਆਨ ਦਿੰਦੇ ਨੇ। ਤੇ ਧੰਨ ਬਾਬਾ ਅਮਰਦਾਸ ਜੀ ਕਹਿੰਦੇ, ਪੁੱਤਰੀ ਅੱਜ ਮੈਂ ਤੈਨੂੰ ਬੇਨਤੀ ਕਰਦਾ, ਮੈਨੂੰ ਗੁਰੂ ਦੇ ਨਾਲ ਮਿਲਾਉਣਾ ਹੈ, ਗੁਰੂ ਚਰਨਾਂ ਵਿੱਚ ਲੈ ਕੇ ਚੱਲ, ਤੈਨੂੰ ਤੇਰੇ ਪਿਤਾ ਜੀ ਕੁਝ ਨਹੀਂ ਕਹਿਣਗੇ। ਤੇ ਅੱਜ ਕੱਲ੍ਹ ਸਤਿਗੁਰ ਕਿੱਥੇ ਵਿਰਾਜਦੇ ਨੇ? ਤੇ ਮਾਤਾ ਅਮਰ ਕੌਰ ਜੀ ਬਚਨ ਕਰਦੇ ਨੇ, ਪਿਤਾ ਜੀ ਅੱਜ ਕੱਲ੍ਹ ਪਿਤਾ ਧੰਨ ਗੁਰਦੇਵ ਸਤਿਗੁਰੂ ਅੰਗਦ ਦੇਵ ਜੀ ਦੇ ਰੂਪ ਅੰਦਰ, ਗੁਰੂ ਨਾਨਕ ਦੇ ਦੂਸਰੇ ਸਰੂਪ ਦੇ ਅੰਦਰ ਖਡੂਰ ਸਾਹਿਬ ਦੀ ਧਰਤੀ ਤੇ ਵਿਰਾਜਿਆ ਕਰਦੇ ਨੇ। ਤੇ ਸਾਧ ਸੰਗਤ ਜੀ ਕੈਸਾ ਆਨੰਦ ਹੋਵੇਗਾ। ਇੱਕ ਸੁਹਾਗਣ ਧੀ, 9 ਧੀਆਂ ਤੋਂ ਪਿਆਰੀ ਆਪਣੇ ਪਿਤਾ
ਤਾਇਆ ਸਹੁਰਾ ਨੂੰ ਨਾਲ ਲੈ ਕੇ ਜਾ ਰਹੀ। ਜਦੋਂ ਪੁੱਡੇ ਨੇ, ਦਰਵਾਜ਼ੇ 'ਤੇ ਪੁੱਡੇ ਨੇ, ਤੇ ਸਾਧ ਸੰਗਤ ਦੀ ਮਾਤਾ ਅਮਰ ਕੌਰ ਕਹਿੰਦੇ, ਪਿਤਾ ਜੀ ਤੁਸੀਂ ਰੁਕੋ, ਮੈਂ ਪਿਤਾ ਨੂੰ ਜਾ ਕੇ ਦੱਸਦੀ ਹਾਂ ਕਿ ਮੇਰੇ ਨਾਲ ਕੌਣ ਆਇਆ ਹੈ। ਜਦੋਂ ਮਾਤਾ ਅਮਰ ਕੌਰ ਜਾਂਦੇ ਨੇ ਤੇ ਸਾਧ ਸੰਗਤ ਧੰਨ ਗੁਰੂ ਅੰਗਦ ਦੇਵ ਜੀ ਬਚਨ ਕਰਦੇ ਨੇ, ਪੁੱਤਰੀ ਤੈਨੂੰ ਬਚਨ ਆਖਿਆ ਸੀ ਬਿਨਾਂ ਬੁਲਾਇਆ ਪੇਕੇ ਘਰ ਨਹੀਂ ਆਈਦਾ ਏ, ਤੁਸੀਂ ਬਿਨਾਂ ਬੁਲਾਇਆ ਆਏ ਹੋ। ਤੇ ਸਾਧ ਸੰਗਤ ਜੀ ਮਾਤਾ ਅਮਰ ਕੌਰ ਆਖਦੇ ਨੇ, ਪਿਤਾ ਗੁਰਦੇਵ ਘਟ ਘਟ ਕੀ ਅੰਤਰ ਕੀ ਜੰਤ ਭਲੇ ਬੁਰੇ ਕੀ ਪੀਰ ਪੈਣ, ਤੁਸੀਂ ਜਾਣਦੇ ਹੋ ਮੈਂ ਅੱਜ ਬਿਨਾਂ ਬੁਲਾਏ ਕਿਉਂ ਆਈ ਹਾਂ। ਤੇ ਧੰਨ ਗੁਰੂ ਅੰਗਦ ਦੇਵ ਜੀ ਬਚਨ ਕਰਦੇ ਨੇ, ਪੁੱਤਰੀ ਫਿਰ ਜੇ ਇਹ ਜਾਣਦੀ ਹੈ ਵੀ ਬਿਨਾਂ ਬੁਲਾਏ ਕਿਉਂ ਆਈਏ, ਫਿਰ ਜਿਨ੍ਹਾਂ ਨੂੰ ਦਰਵਾਜ਼ੇ 'ਤੇ ਛੱਡ ਕੇ ਆਏ ਉਹਨਾਂ ਨੂੰ ਵੀ ਅੰਦਰ ਹੀ ਲੈ ਆ ਗੱਡ ਕੇ ਆਖੂ ਸਤਨਾਮ ਸ੍ਰੀ। ਤੇ ਧੰਨ ਗੁਰੂ ਅੰਗਦ ਦੇਵ ਜੀ ਆਪਣੇ ਆਸਣ ਤੋਂ ਉੱਠ ਕੇ ਖਲੋ ਕੇ ਜਦੋਂ ਸਾਧ ਸੰਗਤ ਦੀ ਸਤਿਕਾਰ ਦੇ ਅੰਦਰ, ਕੁੜਮਾਚਾਰੀ ਦੇ ਅੰਦਰ ਆਪਣੀ ਪੁੱਤਰੀ ਦੇ ਸਹੁਰਿਆਂ ਦੇ ਵੱਡੇ ਭਰਾਤਾਂ ਨੇ ਤੇ ਸਤਿਕਾਰ ਅੰਦਰ ਖੜੇ ਹੋਏ ਨੇ, ਤੇ ਸਾਧ ਸੰਗਤ ਜੀ ਬਾਬਾ ਅਮਰਦਾਸ ਜੀ ਨੇ, ਕਰ ਡੰਡੌਤ ਪੁੰਨ ਵੱਡਾ ਹੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੀ। ਸਾਧ ਸੰਗਤ ਦੀ ਪਾਤਸ਼ਾਹ ਦੇ ਬਚਨ, ਸੂਹਵ ਸੂਹਵ ਸੂਹਵਈ ਆਪਣੇ ਪ੍ਰੀਤਮ ਕੇ ਰੰਗ ਰਤੀ, ਜਪ ਤਪ ਸੰਜਮ ਦਿਉ ਜਤੀਰੀ, ਪਾਪ ਮਲਵੋਂ ਸੰਗ ਨੈਣ ਭਤੀਰੀ, ਇੱਕ ਨਿਮਖ ਮਲਾਵੋ ਮੋਹ ਪ੍ਰਾਣ ਪਤੀਰੀ। ਐਸੀ ਅਵਸਥਾ ਦੇ ਅੰਦਰ ਡੰਡੌਤ ਵਤਨਾ ਕੀਤੀ ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਸਾਧ ਸੰਗਤ ਜੀ ਸਿਰ ਰੱਖ ਦਿੱਤਾ ਏ। ਆਪਣਾ ਅੱਖਾਂ ਦੀਆਂ ਪਲਕਾਂ ਨਾਲ ਸਤਿਗੁਰਾਂ ਦੇ ਚਰਨ ਸਾਫ਼ ਕਰ ਦਿੱਤੇ ਨੇ, ਐਸਾ ਨੀਰ ਵਗਿਆ ਏ, ਚਰਨ ਧੋ ਦਿੱਤੇ ਨੇ। ਤੇ ਸਾਧ ਸੰਗਤ ਜੀ ਅੱਜ ਸਤਿਗੁਰ ਤੁੱਠੇ ਨਹੀਂ ਤੇ ਅੱਜ ਬਚਨ ਕਰ ਦਿੱਤਾ, ਅੱਜ ਤੁਹਾਡੇ ਚਰਨਾਂ ਵਿੱਚ ਕੁੜਮ ਨਹੀਂ, ਅੱਜ ਤੁਹਾਡੇ ਚਰਨਾਂ ਵਿੱਚ ਤੁਹਾਡਾ ਇੱਕ ਸੇਵਕ ਜਗਿਆਸੂ ਸੇਵਾਦਾਰ ਸਾਧਕ ਤੁਹਾਡੇ ਚਰਨਾਂ ਵਿੱਚ ਥਾਂ ਲੈਣ ਲਈ, ਜਿਹਨੂੰ ਕਿਤੇ ਥਾਂ ਨਹੀਂ, ਨਿਥਾਵਿਆਂ ਦਾ ਥਾਂ, ਜਿਹਨੂੰ ਕਿਤੇ ਥਾਂ ਨਹੀਂ, ਅੱਜ ਤੁਹਾਡੇ ਚਰਨਾਂ ਵਿੱਚ, ਗੁਰੂ ਚਰਨਾਂ ਵਿੱਚ ਥਾਂ ਪ੍ਰਾਪਤ ਕਰਨ ਲਈ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਤੇ ਸਾਧ ਸੰਗਤ ਸਤਿਗੁਰਾਂ ਨੇ ਧੀਰਜ ਦਿੱਤਾ, ਗੱਲ ਵਕੜੀ ਵਿੱਚ ਲਿਆ, ਬੈਠੇ ਨੇ ਸਾਧ ਸੰਗਤ ਦੀ ਸੰਗਤਾਂ ਆਉਂਦੀਆਂ ਜਾਂਦੀਆਂ ਨੇ, ਇੱਕ ਦਿਨ, 2 ਦਿਨ, 3 ਦਿਨ ਸੰਗਤ ਵਿੱਚ ਰਹਿਣ ਲਈ ਬਚਨ ਕੀਤੇ ਨੇ। ਮਾਤਾ ਅਮਰ ਕੌਰ ਜੀ ਚਲੇ ਜਾਂਦੇ ਨੇ ਤੇ ਸਾਧ ਸੰਗਤ ਦੀ ਕੈਸਾ ਆਨੰਦ ਹੋਵੇਗਾ ਜਦੋਂ ਕੁਝ ਦਿਨ ਬੀਤੇ ਤੇ ਸਾਧ ਸੰਗਤ ਦੀ ਸਤਿਗੁਰ ਦੀ ਚਰਨਾਂ ਵਿੱਚ ਬੇਨਤੀ ਕਰਦੇ ਨੇ, ਪਾਤਸ਼ਾਹ ਲੰਗਰ ਵਿੱਚ ਇੱਕ ਗਾਗਰ ਚੁੱਕੀ ਤੇ ਸਾਹਿਬ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਨੇ, ਪਾਤਸ਼ਾਹ ਮੈਂ ਦੇਖਦਾ ਹਾਂ ਅੰਮ੍ਰਿਤ ਵੇਲੇ ਤੁਸੀਂ ਇਸ਼ਨਾਨ ਕਰਦੇ ਹੋ, ਸੰਗਤਾਂ ਤੁਹਾਡੇ ਇਸ਼ਨਾਨ ਕਰਾਉਣੀਆਂ ਨੇ, ਕਿਰਪਾ ਕਰੋ ਮੈਂ ਬਿਆਸ ਦਰਿਆ ਤੋਂ ਸੁੱਚਾ ਜਲ ਲਿਆਇਆ ਕਰਾਂਗਾ ਤੇ ਤੁਹਾਡਾ ਇਸ਼ਨਾਨ ਮੈਂ ਕਰਾਇਆ ਕਰਾਂਗਾ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖ ਸਾਰੂ, ਗੁਰ ਪੀਰਾਂ ਕੀ ਚਾਕਰੀ ਮਾਂ ਕਰੜੇ ਸੁਖ ਸਾਰੂ, ਮਹਾਂ ਕਰੜੇ ਸੁੱਖਾਂ ਦਾ ਸਾਰ ਹੁੰਦੀ ਏ, ਸੇਵਾ ਗੁਰਾਂ ਪੂਰਿਆਂ ਦੀ, ਮਹਾਂ ਕਰੜੇ ਸੁੱਖਾਂ ਦਾ ਸਾਰ ਹੁੰਦੀ ਏ, ਸੇਵਾ ਗੁਰਾਂ ਪੂਰਿਆਂ ਦੀ। ਕਹਿੰਦੇ ਵੇ ਪੁਰਖਾ ਸੇਵਾ ਕਹਿ ਲੈਣੀ ਸੌਖੀ ਪਰ ਨਿਭਾਉਣੀ ਬੜੀ ਔਖੀ ਹੈ। ਸਾਧ ਸੰਗਤ ਦੀ 62 ਸਾਲ ਦੀ ਉਮਰ ਹੈ, ਬਿਰਧ ਸਰੀਰ ਹੈ ਤੇ ਸਤਿਗੁਰਾਂ ਨੇ ਮੰਗ ਕੇ ਸੇਵਾ ਲਈ। ਸਾਧ ਸੰਗਤ ਦੀ ਇੱਕ ਦਿਨ ਨਹੀਂ, ਲਗਾਤਾਰ 12 ਸਾਲ ਸੁੱਚਾ ਜਲ ਲਿਆ ਕੇ ਸਤਿਗੁਰਾਂ ਦਾ ਇਸ਼ਨਾਨ ਕਰਾਉਂਦੇ ਰਹੇ ਤੇ ਸਾਧ ਸੰਗਤ ਦੁਨੀਆ ਤੇ ਰੌਲਾ ਪੈ ਗਿਆ ਕਿ ਇੱਕ ਕੁੜਮਾਂ ਦੇ ਘਰ ਆ ਕੇ ਸੇਵਾ ਨਿਭਾਉਂਦਾ ਹੈ। ਅੰਮ੍ਰਿਤ ਵੇਲੇ ਸਾਧ ਸੰਗਤ ਦੀ ਚੌਥੀ ਪਹਿਰ ਸੁਬਾਹ ਕੀ ਸੁਰਤਿਆਂ ਉਪਜਿਆ ਚਾਉ, 3 ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਮ। ਮਨ ਤੇ ਮੁਖ ਅੰਦਰ ਪਰਮੇਸ਼ਰ ਦੀ ਬੰਦਗੀ, ਸਤਿਗੁਰ ਦਾ ਸ਼ਬਦ ਹੈ। ਪਹਿਲੀ ਪੈਰੀ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋਂ ਦਾਤ।
ਰੱਬ ਦੇ ਕੋਲੋਂ ਪਰਮੇਸ਼ਰ ਕੋਲੋਂ ਦਾਤਾਂ ਪਾਉਂਦੇ ਨੇ ਜਿਹੜੇ ਸਾਧ ਸੰਗਤ ਦੀ ਅੰਮ੍ਰਿਤ ਵੇਲੇ ਦੀ ਸਤਿਗੁਰ ਦੇ ਚਰਨਾਂ ਦੀ ਸਿਮਰਨ ਦੀ ਹਾਜ਼ਰੀ ਭਰਦੇ ਨੇ। ਇਸੇ ਲਈ ਸਾਹਿਬ ਦੇ ਬਚਨ ਨੇ, ਹਿਰਦੈ ਨਾਮ ਸੰਭਾਲ ਸਵੇਰਾ, ਹਰ ਧਨ ਅੰਮ੍ਰਿਤ ਵੇਲੇ ਬਤੈ ਕਾ ਬੀਦਿਆ, ਭਗਤ ਖਾਏ ਖਰਚ ਰਹਿ ਨਿਖੁੱਟੈ ਨਾਹੀ, ਪ੍ਰਭੂ ਭਗਤ ਲੋਕ ਪਰਮੇਸ਼ਰ ਦੇ ਅੰਮ੍ਰਿਤ ਵੇਲੇ ਸਿਮਰਨ ਦੀ ਕੀਤੀ ਹੋਈ ਬੰਦਗੀ ਦਾ ਖਜ਼ਾਨਾ ਆਪ ਖਰਚਦੇ ਨੇ ਤੇ ਸੰਗਤਾਂ ਲਈ ਵਰਤਦੇ ਨੇ, ਉਹ ਮੁੱਕਦਾ ਹੀ ਨਹੀਂ। ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਖਾਬੂ ਖਰਚੂ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਹੋ ਜਾਏ। ਤੇ ਸਾਧ ਇਤਿਹਾਸ ਸੰਗਤਾਂ ਜਾਣੂ ਨੇ, ਜਦੋਂ ਦੁਬਾਰਾ ਆਉਂਦੇ ਨੇ ਰਾਤ ਨੂੰ ਮੀਂਹ ਪੈ ਜਾਂਦਾ ਏ ਤੇ ਸਾਰੇ ਰਸਤੇ ਅੰਦਰ ਜਲਾਇਆਂ ਦੀ ਖੱਡੀ ਵਿੱਚ ਪੈਰ ਫਸ ਕੇ ਸਤਿਗੁਰੂ ਡਿੱਗ ਪੈਂਦੇ ਨੇ। ਖੜਾਕ ਹੁੰਦਾ ਏ ਤੇ ਘਰ ਵਾਲਾ ਪੁੱਛਦਾ ਏ ਆਪਣੇ ਘਰ ਨੂੰ, ਬਾਹਰ ਕੌਣ ਡਿੱਗਿਆ? ਕਹਿੰਦੇ ਕਿਹਨੇ ਹੋਣਾ ਏ? ਅਮਰੂ ਨਥਾਵਾਂ ਜਿਹਦਾ ਥਾਂ ਨਾ ਥੱਥਾ, ਪਿੰਡ ਕੁੜਮਾਂ ਦੇ ਲੱਥਾ। ਕੁੜਮ ਦੀ ਇੱਦਾਂ ਦੀ ਉਹਨਾਂ ਨੇ ਪਾਣੀ ਢੋਣ ਲਾ ਦਿੱਤਾ, ਉਹਨਾਂ ਨੂੰ ਵੀ ਕੋਈ ਸੰਗ ਨਹੀਂ ਆਈ, ਲਾਜ ਨਹੀਂ ਆਈ। ਜਦੋਂ ਹੀ ਬਚਨ ਆਖੇ ਨਾ, ਧੰਨ ਬਾਬਾ ਅਮਰਦਾਸ ਜੀ ਕਹਿੰਦੇ, ਝੱਲੀਏ ਕਮਲੀਏ, ਮੈਨੂੰ ਜੋ ਮਰਜ਼ੀ ਕਹਿ ਲੈ, ਪਰ ਮੇਰੇ ਗੁਰਾਂ ਨੂੰ ਨਾ ਕੁਝ ਆਖ। ਮੈਨੂੰ ਤੇ ਗੁਰਾਂ ਨੇ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ, ਤੁੱਠ ਕੇ ਸੇਵਾ ਬਖਸ਼ੀ, ਜਾ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾਂ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ, ਪਰਮੇਸ਼ਰ ਤੈਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਾਂ। ਜਦੋਂ ਆਖਿਆ ਨਾ ਝੱਲੀਏ ਕਮਲੀਏ, ਇਤਿਹਾਸ ਕਹਿੰਦਾ ਏ ਉਹ ਬੀਬੀ ਝੱਲੀ ਹੋ ਗਈ, ਕਮਲੀ ਹੋ ਗਈ। ਸਤਿਗੁਰ ਤੇ ਆ ਗਏ। ਸਾਧ ਸੰਗਤ ਦੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਦੇਰ ਹੋ ਗਈ ਤੇ ਸਾਧ ਕੁਝ ਇਤਿਹਾਸਕਾਰ ਕਹਿੰਦੇ ਨੇ ਗਾਗਰ ਖਾਲੀ ਸੀ, ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਗਾਗਰ ਭਰੀ ਹੋਈ ਸੀ। ਪਰ ਪਾਤਸ਼ਾਹ ਕਹਿਣ ਲੱਗੇ ਵੀ ਅੱਜ ਗਾਗਰ ਖਾਲੀ ਏ। ਤੇ ਬਚਨ ਆਖਿਆ, ਕਹਿੰਦੇ ਪਾਤਸ਼ਾਹ ਮੈਂ ਡਿੱਗ ਪਿਆ ਸਾਂ, ਢਹਿ ਪਿਆ ਸਾਂ। ਤੇ ਸਾਧ ਸੰਗਤ ਪਾਤਸ਼ਾਹ ਕਹਿੰਦੇ, ਅਸੀਂ ਦੇਖਦੇ ਹਾਂ ਤੂੰ ਢੱਠੇ, ਅਸੀਂ ਚੁੱਕੀਏ ਕਦੋਂ ਸਮਾਂ ਆਏ ਤੇ ਤੂੰ ਆਪਣੀ ਗਾਗਰ ਖਾਲੀ ਕਰੇ, ਅਸੀਂ ਕਦੋਂ ਇਸ ਗਾਗਰ ਨੂੰ ਰਹਿਮਤਾਂ ਦੀ ਸਮੁੰਦਰ ਨਾਲ ਭਰਨਾ ਕਰੀਏ। ਸਮਾਂ ਸੀ, ਅੱਜ ਸਮਾਂ ਆ ਗਿਆ। ਸਤਿਗੁਰਾਂ ਨੇ ਗਲਵੱਕੜੀ ਵਿੱਚ ਲਿਆ ਬਾਬਾ ਅਮਰਦਾਸ ਜੀ ਨੂੰ, ਸਾਧ ਸੰਗਤ ਦੀ ਮਿਹਰਾਂ ਦਾ ਮੀਂਹ ਬਰਸਾ ਦਿੱਤਾ। ਇੰਨੀ ਦੇਰ ਨੂੰ ਸਾਧ ਸੰਗਤ ਦੀ ਉਹ ਬੀਬੀ ਜਿਹੜੀ ਆਖਦੀ ਸੀ, ਅਮਰੂ ਨਥਾਵਾਂ ਜਿਹਦਾ ਥਾਂ ਨਾ ਥੱਤਾ, ਪਿੰਡ ਕੁੜਮਾਂ ਦੇ ਲੱਥਾ, ਝੱਲੀ ਹੋ ਗਈ, ਕਮਲੀ ਹੋ ਗਈ, ਦੋ ਚੌਨੇ ਫੜੀ ਹੋਈ ਆਏ ਨੇ ਸਤਿਗੁਰ ਦੇ ਚਰਨਾਂ ਅੰਦਰ। ਸੱਸ ਧੰਨ ਗੁਰੂ ਅੰਗਦ ਦੇਵ ਸਭ ਕੁਝ ਜਾਣਦੇ ਨੇ। ਕਹਿੰਦੇ, ਪੁਰਖਾ ਰਸਤੇ ਵਿੱਚ ਕੀ ਭਾਣਾ ਵਰਤਾ ਆਇਆ ਏ? ਤੇ ਸਾਧ ਸਿੰਘ ਕਹਿੰਦੇ, ਪਾਤਸ਼ਾਹ ਮੈਂ ਠੇਡਾ ਲੱਗਾ ਡਿੱਗ ਪਿਆ ਸਾਂ ਤੇ ਅੰਦਰੋਂ ਆਵਾਜ਼ ਆਈ, ਅਮਰੂ ਨਥਾਵਾਂ ਜਿਹਦਾ ਥਾਂ ਨਾ ਥੱਤਾ, ਪਿੰਡ ਕੁੜਮਾਂ ਦੇ ਲੱਥਾ। ਤੇ ਕਹਿੰਦੇ ਕੁੜਮਾਂ ਨੂੰ ਵੀ ਲਾਜ ਨਹੀਂ ਆਈ, ਉਹਨੇ ਪਾਣੀ ਢੋਣ ਲਾ ਲਿਆ। ਮੈਂ ਇੱਕੋ ਗੱਲ ਆਖੀ, ਝੱਲੀਏ ਕਮਲੀਏ, ਮੈਨੂੰ ਜੋ ਮਰਜ਼ੀ ਕਹਿ ਲੈ, ਪਰ ਮੇਰੇ ਗੁਰਾਂ ਨੂੰ ਐਸਾ ਬੋਲ ਨਾ ਬੋਲ, ਕਿਉਂਕਿ ਗੁਰ ਬਿਨ ਘੂਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਸਮਝ ਨਹੀਂ, ਗਿਆਨ ਨਹੀਂ, ਰੋਸ਼ਨੀ ਨਹੀਂ, ਪ੍ਰਕਾਸ਼ ਨਹੀਂ, ਅਕਲ ਨਹੀਂ, ਮੱਤ ਨਹੀਂ ਆਉਂਦੀ। ਤੇ ਜਦੋਂ ਆ ਕੇ ਦੱਸਿਆ ਨਾ ਸੇਵਾਦਾਰ ਨੇ, ਜਦੋਂ ਮਹਾਂਪੁਰਸ਼ਾਂ ਨੇ ਬਚਨ ਆਖਿਆ ਨਾ, ਬੱਬੀ ਝੱਲੀਏ ਕਮਲੀ, ਉਦੋਂ ਤੋਂ ਝੱਲੀ ਹੋ ਗਈ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ, ਫਿਰ ਇਹਨਾਂ ਦਾ ਚਰਨਾਂ ਦਾ ਜਿਹੜਾ ਜੋੜਾ ਹੈ ਨਾ, ਇਹਦੇ ਮਸਤਕ ਤੇ ਸੁਹਾ ਦਿਓ। ਸਾਧ ਸੰਗਤ ਦੀ ਸਤਿਗੁਰ ਦੇ ਚਰਨਾਂ ਦੀ ਖਾਕ ਮਿਲੀ। ਚਰਨ ਕਮਲ ਰਜ ਮਸਤਕ ਲੇਪਨ ਕੈ, ਭਰਮ ਕਰਮ ਲੇਖ ਸਿਆਮਤਾ ਮਿਟਾਈ ਹੈ। ਚਰਨ ਕਮਲ ਚਰਨਾਮ੍ਰਿਤ ਮਲੀਨ, ਮਨ ਕਰ ਨਿਰਮਲ ਦੂਤ ਦੁਬਦਾ ਮਿਟਾਈ ਹੈ। ਚਰਨ ਕਮਲ ਸੁਖ ਸੰਪਟ ਸਹਿਜ ਘਰ, ਇੱਕ ਟੇਕ ਠਹਿਰਾਈ ਹੈ। ਚਰਨ ਕਮਲ ਗੁਰ ਮਹਿਮਾ ਅਗਾਧ, ਬੁੱਧ ਸਰਬ ਨਿਧਾਨ ਔਰ ਸਗਲ ਫਲਦਾਈ ਹੈ। ਸਾਹਿਬ ਦੇ ਚਰਨਾਂ ਦਾ ਜਦੋਂ ਜੋੜਾ ਛੁਹਾਇਆ ਸਾਧ ਸੰਗਤ ਜੀ, ਉਹ ਬੱਚੀ ਠੀਕ ਹੋਈ। ਤੇ ਸਤਿਗੁਰਾਂ ਨੇ ਫਿਰ ਬਚਨ ਆਖੇ ਨੇ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਊਟਿਆਂ ਦੀ ਊਟ, ਨਿਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨਿਆਸਰਾਂ ਦੀ ਆਸਰਾ, ਨਿਥਾਵਾਂ ਦੇ ਥਾਂ। 12 ਸਾਲ ਦੀ ਕਮਾਈ ਤੇ 12 ਵਾਰ ਦੇ ਦਿੱਤੇ ਸਤਿਗੁਰਾਂ ਨੇ, ਗੱਡ ਕੇ ਆਖੂ ਸਤਿਨਾਮ। ਤੇ ਆਪਣੀ ਸਾਧ ਸੰਗਤ ਜੀ, ਗੁਰੂ ਨਾਨਕ ਦੀ ਜੋਤ ਆਪਣੀ ਸਾਹਿਬ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਬਾਬਾ ਅਮਰ ਦੇ ਅੰਦਰ ਧਰਦੇ ਨੇ। ਤੇ ਅੱਡ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਅੰਦਰ ਗੁਰ ਅਮਰਦਾਸ ਡਿੱਠਾ, ਹਰ ਅੰਮ੍ਰਿਤ ਭਿੰਨੇ ਲੋਹਣਾ, ਤੇਰੀ ਉਪਮਾ ਤੋਹੇ ਬਣਾਵੇ। ਤੇ ਸਾਧ ਸੰਗਤ ਅੱਜ ਆਪਾਂ ਸ਼ਬਦ ਸਰਵਣ ਕੀਤਾ ਹੈ,
ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਪਈ। ਕੀਤੇ ਹੋਏ ਕਰਮ ਸਾਡੀ ਕਰਨੀ ਜੋ ਹੈ ਉਹਦੇ ਅਨੁਸਾਰ ਸਾਨੂੰ ਜਨਮ ਮਿਲਦਾ ਹੈ, ਭਾਵ ਸਰੀਰ ਮਿਲਦਾ ਹੈ, ਜਿਸ ਨੂੰ ਸਾਹਿਬ ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ। ਪੁੰਨ ਕਰਮ ਕਮਾਇਆ ਤੇ ਇਹ ਮਨੁੱਖਾ ਜਨਮ ਮਿਲਦਾ ਹੈ। ਇਸ ਲਈ ਪਾਸੇ ਕਰਨੀ ਕਾਗਦ, ਕੀਤੇ ਹੋਏ ਕਰਮਾਂ ਸਦਕਾ ਇਹ ਸਰੀਰ ਕਾਗਜ਼ ਰੂਪੀ ਸਰੀਰ ਪ੍ਰਾਪਤ ਹੋਇਆ। ਮਨ ਮਸਵਾਣੇ, ਮਨ ਸ਼ਾਹੀ ਦੀ ਦਵਾ ਦੇ। ਸ਼ਰਧਾ ਤੇ ਅਸ਼ਰਧਾ, ਭਾਵਨਾ ਤੇ ਅਭਾਵਨਾ ਸਾਧ ਸੰਗਤ ਦੀ ਸਿਆਹੀ ਨੇ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਭਾਈ। ਜਿਹੜੇ ਅਸੀਂ ਕਰਮ ਕਰਦੇ ਹਾਂ ਚੰਗੇ ਤੇ ਬੁਰੇ, ਉਹ ਸਾਡੇ ਲੇਖ ਲਿਖੇ ਜਾਂਦੇ ਨੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਭਾਈ। ਜਿਉਂ ਜਿਉਂ ਕਿਰਤ ਚਲਾਈ ਤਿਉਂ ਚਲੀਏ। ਜਿਵੇਂ ਜਿਵੇਂ ਦੇ ਅਸੀਂ ਕਰਮ ਕਰਦੇ ਹਾਂ ਉਵੇਂ ਉਵੇਂ ਦੇ ਸਾਨੂੰ ਸਾਧ ਸੰਗਤ ਦੀ ਜ਼ਿੰਦਗੀ ਦੇ ਅੰਦਰ ਦੁੱਖ ਸੁੱਖ ਖੁਸ਼ੀਆਂ ਗਮੀਆਂ ਪ੍ਰਾਪਤ ਹੁੰਦੀਆਂ ਨੇ। ਉਸੇ ਨੂੰ ਪਤਾ ਕਹਿੰਦੇ ਜਿਹਾ ਬੀਜੇ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਇਹ ਤਾਂ ਤਨ ਰੂਪੀ ਜਿਹੜਾ ਖੇਤ ਆ, ਇਹਦੇ ਵਿੱਚ ਅਸੀਂ ਜਿਹੋ ਜਿਹਾ ਬੀਜ ਬੀਜਾਂਗੇ ਉਹ ਜਿਹਾ ਵੱਢਾਂਗੇ। ਇਸ ਲਈ ਪਾਤਸ਼ਾਹ ਕਹਿੰਦੇ ਜਿਉਂ ਜਿਉਂ ਕਿਰਤ ਚਲਾਈ ਤਿਉਂ ਚਲੀਏ। ਜਿਵੇਂ ਜਿਵੇਂ ਸਾਡੇ ਕਰਮ ਹੁੰਦੇ ਨੇ ਉਵੇਂ ਉਵੇਂ ਦਾ ਸਾਨੂੰ ਸਾਧ ਸੰਗਤ ਦੀ ਫਲ ਮਿਲਦਾ ਜਾਂਦਾ। ਬੱਚੇ ਸਾਰੇ ਪੜ੍ਹਦੇ ਨੇ, ਪਰ ਜਿਹੜਾ ਜ਼ਿਆਦਾ ਪੜ੍ਹਦਾ ਮੈਰਿਟ ਵਿੱਚ ਆ ਜਾਂਦਾ ਏ। ਅੱਜ ਦੇਖਦੇ ਹਾਂ ਬੱਚੇ ਬੱਚੀਆਂ ਆਈਲੈਟ ਕਰਕੇ ਵਿਦੇਸ਼ਾਂ ਨੂੰ ਜਾਂਦੇ ਨੇ, ਲੱਖਾਂ ਰੁਪਈਆ ਲੱਗਦਾ ਏ, ਪਰ ਜਿਹਦੇ 9 ਚੋਂ 9 ਨੰਬਰ ਆ ਜਾਂਦੇ ਨੇ ਉਹਨੂੰ ਸਹੂਲਤਾਂ ਇੰਨੀਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ। ਇਸੇ ਲਈ ਪਾਤਸ਼ਾਹ ਕਹਿੰਦੇ ਨੇ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀਂ ਅੰਤ ਹਰੀ। ਪਾਤਸ਼ਾਹ ਜਿਵੇਂ ਜਿਵੇਂ ਦੇ ਅਸੀਂ ਕਰਮ ਕਰਦੇ ਹਾਂ ਉਸੇ ਅਨੁਸਾਰ ਤੁਸੀਂ ਸਾਨੂੰ ਫਲ ਦਿੰਦੇ ਹੋ। ਪਰ ਪਰਮੇਸ਼ਰ ਤੇਰੇ ਗੁਣਾਂ ਦਾ, ਤੇਰੀ ਰਹਿਮਤ ਦਾ, ਤੇਰੇ ਅਸ਼ੀਰਵਾਦ ਦਾ ਕੋਈ ਹੱਦ ਬੰਨਾ ਨਹੀਂ, ਗਿਣੀ ਮੇਣਾ ਨਹੀਂ ਜਾ ਸਕਦਾ। ਤੋ ਗੁਣ ਨਾਹੀਂ ਅੰਤ, ਤੇਰੇ ਗੁਣ ਬੇਅੰਤ ਨੇ। ਤੇਰੇ ਗੁਣ ਬਹੁਤੇ ਮੈਂ ਏਕ ਨ ਡਾਣਿਆ, ਮੈਂ ਮੂਰਖ ਕੁਛ ਕੀ ਦੀਜੈ। ਪਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪਾਤਸ਼ਾਹ ਕਹਿੰਦੇ ਨੇ ਚਿੱਤ ਚੇਤ ਸਕੀ ਨਹੀਂ ਬਾਵਰਿਆ। ਉਹ ਚੱਲਿਆ ਕਮਲਿਆ, ਕਿਉਂ ਨਹੀਂ ਤੂੰ ਉਸ ਪਰਮ ਪਿਤਾ ਪਰਮੇਸ਼ਰ ਨੂੰ ਯਾਦ ਕਰਦਾ, ਕਿਉਂ ਭੁੱਲ ਗਿਆ ਹੈ? ਚਿੱਤ ਚੇਤਸ, ਤੇਰੇ ਚਿੱਤ ਅੰਦਰ ਚੇਤਾ ਨਹੀਂ ਹੈ, ਵਾਅਦਾ ਕਰਕੇ ਆਇਆ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਕਿਉਂ ਨਹੀਂ ਹੁਣ ਕਮਲਿਆ, ਫਿਰ ਕਿਉਂ ਨਹੀਂ ਯਾਦ ਕਰਦਾ, ਕਿਉਂ ਨਹੀਂ ਜਪਦਾ ਸਵਾਸ ਸਵਾਸ ਸਤਿਨਾਮ ਵਾਹਿਗੁਰੂ। ਹਰ ਵਿਸਰਤ, ਪਰਮੇਸ਼ਰ ਦਾ ਸਿਮਰਨ ਭੁੱਲ ਗਿਆ ਏ। ਤੇਰੇ ਗੁਣ ਗਲਿਆ, ਤੇਰੇ ਜਿਹੜੇ ਗੁਣ ਨੇ ਗਲ ਗਏ ਨੇ। ਭਾਵ ਅੱਜ ਦੇਖਦੇ ਹਾਂ ਵੱਡੀਆਂ ਵੱਡੀਆਂ ਕਲਾਸਾਂ ਵਿੱਚ, ਉੱਚੀਆਂ ਕਲਾਸਾਂ ਵਿੱਚ ਪੜ੍ਹਨ ਵਾਲੇ ਬੱਚੇ ਨਸ਼ਿਆਂ ਦੇ ਸ਼ਿਕਾਰ ਹੋ ਕੇ ਜ਼ਿੰਦਗੀ ਤਬਾਹ ਕਰ ਰਹੇ ਨੇ। ਸਿੱਖਣਾ ਤਾਂ ਸੀ ਵੱਡੀ ਵਿੱਦਿਆ, ਉੱਚੀ ਕਲਾਸ ਵਿੱਚ ਜਾ ਕੇ ਵੱਡੇ ਗੁਣ ਆਉਣੇ ਸੀ, ਪਰ ਔਗਣ ਨਸ਼ੇ ਹੋ ਗਏ ਨੇ। ਡਕੈਤੀਆਂ, ਚੋਰੀਆਂ, ਕਾਤਲ ਅੱਜ ਦੇਖਦੇ ਹਾਂ। ਇਸ ਲਈ ਪਾਤਸ਼ਾਹ ਕਹਿੰਦੇ ਨੇ ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਐਸਾ ਜੀਵਨ ਬਰਬਾਦ ਹੋਇਆ ਹੀ। ਗਏ ਤਾਂ ਅਸੀਂ ਯੂਨੀਵਰਸਿਟੀ ਤੋਂ ਉੱਚੀ ਵਿੱਦਿਆ ਸਿੱਖ ਕਰਕੇ ਪਦਵੀ ਪ੍ਰਾਪਤ ਕਰਨ ਕੇ, ਪਰ ਆ ਗਿਆ ਠੱਗ ਚੋਰ ਨਸ਼ਾਈ ਬਣ ਕੇ ਆ ਗਏ। ਮਾਪਿਆਂ ਨੂੰ ਵੀ ਕਲੰਕ ਲਾ ਦਿੱਤਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੇ ਤੇ। ਘਰਦਿਆਂ ਤੇ ਲੱਖਾਂ ਰੁਪਏ ਲਾਏ ਨੇ, ਉੱਚੀ ਵਿੱਦਿਆ ਹਾਸਲ ਕਰ ਲਏ, ਪਰ ਪੁੱਤ ਨਸ਼ਿਆਂ ਦੇ ਵਿੱਚ, ਵਿਕਾਰਾਂ ਦੇ ਅੰਦਰ, ਡਕੈਤੀਆਂ ਦੇ ਵਿੱਚ। ਜਾਲੀ ਦਿਨ ਰਾਤ ਖੋਟੇ ਕਰਮਾਂ ਦੇ ਅੰਦਰ ਜਾਲ ਦਿਨ ਹੋਇਆ, ਦਿਨੇ ਰਾਤ ਠੱਗੀਆਂ ਬੇਈਮਾਨੀਆਂ ਜਦੋਂ ਫੜੇ ਜਾਂਦੇ ਨੇ ਫਿਰ ਆਪਾਂ ਸਾਹਮਣੇ ਦੇਖਦੇ ਹਾਂ। ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੇ ਤੇਤੀ। ਪਲ ਪਲ ਅੱਜ ਦੇਖਦੇ ਨਸ਼ਈ ਜਿਹੜੇ ਨੇ
ਸਾਧ ਸੰਗਤ ਜੀ ਸਾਰਾ ਜੀਵਨ ਬਰਬਾਦ, ਖੋਟੀ ਬੇਈਮਾਨੀਆਂ ਵਿੱਚ, ਚੋਰੀਆਂ ਡਕੈਤੀਆਂ ਵਿੱਚ, ਲੁੱਟਾਂ ਖੁੱਟਾਂ ਵਿੱਚ ਬਰਬਾਦ ਕਰ ਰਹੇ ਨੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਦਿਨ ਵੀ ਜਾਲ ਬਣ ਗਏ ਆ, ਰਾਤ ਵੀ ਜਾਲ ਬਣ ਗਈ। ਇੱਕ ਇੱਕ ਕੀਤਾ ਹੋਇਆ ਕਰਮ ਜਦੋਂ ਫੜੇ ਜਾਂ ਸਾਹਮਣੇ ਆ ਜਾਂਦਾ ਏ, ਫਿਰ ਛੂਟ ਸਮੂੜੇ ਕਵਣ ਗੁਣੀ, ਫਿਰ ਉਮਰ ਕੈਦ ਹੋ ਜਾਂਦੀ, ਜੀਵਨ ਬਰਬਾਦ, ਮਾਪੇ ਜੁਦੇ ਤੜਫਦੇ ਨੇ। ਇਸ ਲਈ ਜਾਲੀ ਰਹਿਣ ਜਾਲ ਦਿਨ ਹੂਆ, ਡੇਤੀ ਘੜੀ ਪਾਹੇ ਤੇ ਰਸ ਰਸ ਚੂਗ ਚੁਗਾ ਨਿਤ ਪਾਸਾਂ, ਛੂਟ ਸਮੂੜੇ ਕਵਣ ਗੁਣੀ। ਜਦੋਂ ਫੜੇ ਜਾਂਦੇ ਨੇ ਫਿਰ ਕਹਿੰਦੇ ਦੁਨੀਆ ਦੀ ਸ਼ੋਹਰਤ ਦੇਖ ਕੇ ਅਸੀਂ ਵੀ ਕਿਹਾ ਸੀ ਅਸੀਂ ਥੋੜ੍ਹੇ ਦਿਨਾਂ ਵਿੱਚ ਅਮੀਰ ਹੋ ਜਾਈਏ। ਰਸਾਂ ਕਸਾਂ ਵਿੱਚ ਡਕੈਤੀਆਂ, ਨਸ਼ਈ, ਬੇਕਾਰਪੁਣਾ, ਬੇਈਮਾਨੀਆਂ, ਠੱਗੀਆਂ, ਰਸ ਰਸ ਚੂਗ ਚੁਗਾ ਨਿਤ ਫਾਸੇ, ਨਿਤ ਨਿਤ ਬਾਧੇਗਾ ਜਿੱਦਣ ਫਸ ਗਏ। ਫਿਰ ਪਾਤਸ਼ਾਹ ਕਹਿੰਦੇ ਛੂਟ ਸੁਨਾਹੀ ਕਵਣ ਗੁਣੀ। ਫਿਰ ਸਾਧ ਸੰਗਤ ਦੀ ਜੱਜ ਦੇ ਸਾਹਮਣੇ ਕੋਈ ਅਪੀਲ ਦਲੀਲ ਨਹੀਂ, ਕੋਈ ਗੁਣ ਹੀ ਨਹੀਂ, ਛੁਟਕਾਰਾ ਕਿਵੇਂ ਹੋਵੇ? ਛੂਟ ਸਮੂੜੇ ਕਵਣ ਗੁਣੀ, ਰਸ ਰਸ ਚੂਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਣ ਗੁਣੀ। ਕਾਇਆ ਆਰਣ ਮਨ ਵਿੱਚ ਲੂਹਾ, ਕਾਇਆ ਸਰੀਰ ਜਿਹੜਾ ਈ ਪਾਤਸ਼ਾਹ ਕਹਿੰਦੇ ਇਹ ਤਾਂ ਲੋਹਾਰ ਦੀ ਭੱਠੀ ਹੈ, ਭੱਠੀ ਜਿਹਦੇ ਵਿੱਚ ਲੋਹਾਰ ਲੂਹਾ ਸੁੱਟ ਕੇ ਉਹਨੂੰ ਗਰਮ ਕਰਦਾ ਏ ਅਤੇ ਉਹਨੂੰ ਟੈਂਪਰ ਦੇ ਕੇ ਉਹਦਾ ਕੋਈ ਨਾ ਕੋਈ ਔਜ਼ਾਰ ਬਣਾ ਦਿੰਦਾ ਹੈ। ਇਸ ਤਰ੍ਹਾਂ ਇਹ ਸਰੀਰ ਤਾਂ ਇੱਕ ਭੱਠੀ ਆ, ਇਹਦੇ 'ਚ ਜਿਹੜਾ ਮਨ ਆ ਉਹ ਲੋਹੇ ਦਾ ਟੁਕੜਾ ਹੈ। ਪੰਚ ਅਗਨ ਤਿਤ ਲਾਗ ਰਹੀ, ਕਾਮ ਕ੍ਰੋਧ ਮੂਹ ਲੂਭ ਅਹੰਕਾਰ ਵਿੱਚ ਗ੍ਰਸਿਆ ਬੰਦਾ ਜਿਹੜਾ ਏ, ਪਰਮੇਸ਼ਰ ਤੋਂ ਬੇਮੁਖ ਹੋਇਆ ਬੰਦਾ ਜਿਹੜਾ ਏ, ਬੇਕਾਰੀਆਂ, ਬੇਈਮਾਨੀਆਂ, ਠੱਗੀਆਂ, ਲੁੱਟਾਂ ਖੋਹਾਂ ਕਰਕੇ ਜੀਵਨ ਬਰਬਾਦ ਕਰਦਾ ਏ। ਪਰ ਜਿਹੜਾ ਮਨ ਏ ਉਹ ਸੜ ਸੜ ਕੇ ਆਪਾਂ ਕਹਿੰਦੇ ਕਿੱਦਾਂ ਇੰਨਾ ਜਿਗਰਾ ਹੋ ਜਾਂਦਾ ਏ, ਬੰਦੇ ਨੂੰ ਬੰਦਾ ਹੀ ਮਾਰੀ ਜਾ ਰਿਹਾ ਨਸ਼ੇ ਦੇ ਅੰਦਰ, ਬੇਦਰਦੀ ਦੇ ਨਾਲ ਕਾਤਲ ਹੋ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਛੂਟ ਸਮੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੂਹਾ। ਤਨ ਰੂਪੀ ਸਰੀਰ ਰੂਪੀ ਭੱਠੀ ਦੇ ਅੰਦਰ ਲੋਹੇ ਰੂਪੀ ਜਿਹੜਾ ਮਨ ਆ ਉਹ ਟੁਕੜਾ ਹੈ। ਮਨ ਨੂੰ ਤੇ ਤਾ ਦੇ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੋੜਨਾ ਸੀ, ਪਰ ਅਸੀਂ ਵਿਕਾਰਾਂ ਦੇ ਅਗਨ ਦੇ ਕੇ ਉਹਨੂੰ ਸਾੜ ਦਿੱਤਾ ਏ। ਇੰਨਾ ਨਿਰਦਈ ਹੋ ਗਿਆ ਏ ਕਿ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਾਇਆ ਆਰਣ ਮਨ ਵਿੱਚ ਲੂਹਾ, ਪੰਜ ਅਗਨ ਤਿਸ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ। ਇੱਕ ਤੋਂ ਇੱਕ ਵੱਧ ਕੇ ਪਾਪ ਕਰ ਰਿਹਾ ਏ, ਉਹ ਕੋਲੇ ਉੱਪਰ ਦੇ ਉੱਪਰ ਟਿਕਦੇ ਨੇ। ਮਨ ਜਲਿਆ, ਮਨ ਸੜ ਸੜ ਕੇ ਮਨੂਰ ਹੋ ਗਏ। ਸੰਨੀ ਚਿੰਤ ਪਈ, ਫਿਰ ਚਿੰਤਾ ਵੀ ਜਦੋਂ ਫੜੇ ਗਏ ਫਿਰ ਬਚਾ ਵੀ ਨਹੀਂ ਹੋਣਾ, ਇਹ ਚਿੰਤਾ ਵੀ ਹੈ। ਚਿੰਤਾ ਰੂਪੀ ਸੰਨੀ ਨਾਲ ਜਿਹੜੇ ਲਪੇਟੇ ਪੈਂਦੇ ਨੇ, ਪਾਸੇ ਉਲੱਦੇ ਜਾਂਦੇ ਨੇ, ਫਿਰ ਸੜ ਸੜ ਕੇ ਲੋਹਾ ਮਨੂਰ ਹੋ ਜਾਂਦਾ। ਜਿਹੜੇ ਭੱਠੀਆਂ ਵਿੱਚ ਜਦੋਂ ਲੋਹੇ ਨੂੰ ਢਾਲਿਆ ਜਾਂਦਾ, ਉਹਦੀ ਜਿਹੜੀ ਮੈਲ ਹੈ ਢਲ ਕੇ ਮਨੂਰ ਹੋ ਜਾਂਦਾ ਏ, ਭਾਵ ਉਹਦਾ ਕੁਝ ਵੀ ਨਹੀਂ ਬਣਦਾ। ਤੇ ਪਾਤਸ਼ਾਹ ਕਹਿੰਦੇ ਨੇ ਭਇਆ ਮਨੂਰ, ਹੁਣ ਮਨੂਰ ਬਣ ਗਿਆ ਏ, ਉਹਦੀ ਕੁਝ ਵੀ ਪ੍ਰਾਪਤੀ ਨਹੀਂ, ਕੁਝ ਵੀ ਮੁੱਲ ਨਹੀਂ, ਕੁਝ ਵੀ ਕੀਮਤ ਨਹੀਂ। ਪਰ ਪਾਤਸ਼ਾਹ ਕਹਿੰਦੇ ਕੀਮਤ ਪੈ ਸਕਦੀ ਹੈ, ਕਿਉਂਕਿ ਉਹਦੇ ਵਿੱਚ ਲੋਹੇ ਦੇ ਤੱਤ ਨੇ, ਕਣ ਨੇ। ਪਰ ਜੇ ਕਿਤੇ ਪਾਰਸ ਮਿਲ ਜਾਏ, ਪਾਰਸ ਨਾਲ ਛੂਹ ਜਾਏ, ਧੰਨ ਗੁਰੂ ਦਾਸ ਮਹਾਰਾਜ ਦੇ ਬਚਨ ਨੇ, ਪਾਰਸ ਮਾਨੋ ਤਾਂਬੂ ਛੂਏ ਕਨਕ ਹੂਤ ਨਹੀਂ ਬਾਰ। ਪਾਰਸ 8 ਧਾਤਾਂ ਨਾਲ ਛੂਹ ਜਾਏ, ਲੂਹਾ, ਪਿੱਤਲ, ਤਾਂਬਾ, ਸਿਲਵਰ, ਐਲੂਮੀਨੀਅਮ, ਸੋਨਾ ਬਣਦਿਆਂ 1 ਸਕਿੰਟ ਵੀ ਨਹੀਂ ਲੱਗਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਇਆ ਮਨੂਰ, ਇਹ ਮਨ ਜਿਹੜਾ ਮਨੂਰ ਬਣ ਚੁੱਕਿਆ ਏ, ਸੋਨਾ ਬਣ ਸਕਦਾ ਏ, ਰੱਬ ਦਾ ਰੂਪ ਹੋ ਸਕਦਾ ਏ, ਗੁਰਮੁਖ ਗੁਰਸਿੱਖ ਸੰਤ ਭਗਤ ਬਣ ਸਕਦਾ ਏ। ਜੇ ਗੁਰ ਮਿਲੀ ਤਨੀਹਾ, ਜੇ ਗੁਰੂ ਮਿਲ ਜਾਏ। ਗੁਰੂ ਕਿਹੋ ਜਿਹਾ ਹੋਵੇ? ਜਿਹੋ ਜਿਹਾ ਕਹਿੰਦੇ ਸ਼ਾਸਤਰਾਂ ਵਿੱਚ, ਗ੍ਰੰਥਾਂ ਵਿੱਚ ਦੱਸਿਆ ਹੈ। ਬ੍ਰਹਮਨਿਸ਼ਟੀ ਬ੍ਰਹਮ ਸੂਤਰੀ, ਜਿਸ ਨੂੰ ਧੰਨ ਗੁਰੂ ਦਾਸ ਮਹਾਰਾਜ ਦੱਸਦੇ ਨੇ। ਪਾਤਸ਼ਾਹ ਕਹਿੰਦੇ ਨੇ ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਪੂਰਵਲੇ ਮੱਥੇ ਹੋਏ ਲਿਖੇ ਹੋਏ ਕਰਮ ਕਿਤੇ ਸਫਲ ਹੋ ਜਾਣ, ਪ੍ਰਵਾਨ ਹੋ ਜਾਣ, ਤੇ ਪਰਮ ਪਰਸ ਰੂਪੀ ਬ੍ਰਹਮ ਗੁਰੂ ਰੂਪੀ ਪਰਮੇਸ਼ਰ ਰੂਪੀ ਗੁਰਾਂ ਦਾ ਮਿਲਾਪ ਹੁੰਦਾ ਏ। ਗੱਡ ਕੇ ਆਖੂ ਸਤਿਨਾਮ। ਉਨ ਮਨ ਹੀ ਮਿਲੇ। ਮਨ ਤਾਂ ਉਹੀ ਸੀ ਜਿਹੜਾ ਮਨੂਰ ਹੋਇਆ ਸੀ, ਪਰ ਜਦੋਂ ਸਤਿਗੁਰਾਂ ਨੇ ਸ਼ਬਦ ਰੂਪੀ ਪਾਰਸ ਅੰਮ੍ਰਿਤ ਵਰਸਿਆ ਏ,
ਭਇਆ ਮਨੂਰ ਕੰਚਨ ਫਿਰ ਹੋਵੇ। ਉਹੀ ਮਨ ਐਸਾ ਸਾਧ ਸੰਗਤ ਦਰਬ ਜਾਂਦਾ ਏ, ਸ਼ਾਂਤ ਹੋ ਜਾਂਦਾ ਹੈ। ਜਿਵੇਂ ਸਾਧੂ ਲੋਕ, ਵੈਦ ਲੋਕ ਕੋਈ ਰਸਾਇਣ ਜਦੋਂ ਦਵਾਈ ਮਾਰਦੇ ਨਾ, ਜਦੋਂ ਉਹਨੂੰ ਐਸੀ ਪੁੱਟ ਦਿੰਦੇ ਨੇ ਤੇ ਲੋਹਾ ਵੀ ਸਾਧ ਸੰਗਤ ਦੀ ਮਿੱਟੀ ਹੋ ਜਾਂਦਾ ਹੈ, ਧੂੜ ਹੋ ਜਾਂਦਾ ਹੈ। ਤਾਂਬਾ ਵੀ ਧੂੜ, ਸੋਨਾ ਵੀ ਧੂੜ ਹੋ ਜਾਂਦਾ ਹੈ, ਜਿਹੜਾ ਦਵਾਈਆਂ ਵਿੱਚ ਜੀਭ ਵਰਤ ਕੇ ਤਨ ਦੀ ਅਰੋਗਤਾ ਲੈਂਦੇ ਨੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਭਇਆ ਮਨੂਰ ਕੰਚਨ ਫਿਰ ਹੋਵੇ। ਜੇ ਗੁਰ ਮਿਲੇ ਤਨੀ ਸਾਡੀ ਪਰਮ ਪਾਰਸ ਬ੍ਰਹਮ ਗੁਰੂ ਰੂਪੀ ਗੁਰੂ ਮਿਲ ਜਾਣ ਤਾਂ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਉਨ ਮਨ 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 ਹੀ ਮਿਲੀ। ਉਹੀ ਮਨ ਜਦੋਂ ਸਤਿਗੁਰ ਦੇ ਸ਼ਬਦ ਦਾ ਅੰਮ੍ਰਿਤ ਦੀ ਵਰਖਾ ਹੁੰਦੀ ਤੇ ਉਸ ਭਇਆ ਮਨੂਰ ਕਾਂਚਨ ਫਿਰ ਹੋਵੇ। ਫਿਰ ਗੁਰਸਿੱਖ ਸਤਸੰਗੀ ਭਗਤ ਸੰਤ ਦਾ ਰੂਪ ਦਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਮਾਤਾ ਸੁੱਤ ਨੂੰ ਜਨਮ ਦਿੰਦੀ ਏ, ਪੁੱਤਰ ਨੂੰ ਸਤਿਗੁਰ ਦੀ ਸੰਗਤ ਸੰਤ ਨੂੰ ਜਨਮ ਦਿੰਦੀ। ਸੰਗਤ ਵਿੱਚੋਂ ਗੁਰਸਿੱਖ ਗੁਰਮੁਖ ਸਾਧੂ ਭਗਤ ਪੈਦਾ ਹੁੰਦੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਭਇਆ ਮਨੂਰ, ਜਿਹੜਾ ਮਨੂਰ ਮਨ ਹੋ ਗਿਆ ਏ, ਕੰਚਨ ਫਿਰ ਹੋਵੇ। ਫਿਰ ਹੋ ਸਕਦਾ ਏ ਕੰਚਨ ਬਣ ਸੋਨਾ ਬਣ ਸਕਦਾ ਏ ਜੇ ਗੁਰ ਮਿਲੇ ਤਨੀਹਾ। ਜੇ ਪਰਮੇਸ਼ਰ ਤੇਰੇ ਵਰਗੇ ਗੁਰੂ ਪ੍ਰਾਪਤ ਹੋ ਜਾਏ। ਏਕ ਨਾਮ ਅੰਮ੍ਰਿਤ ਓ ਦੇਵੇ ਤਉ ਨਾਨਕ ਤ੍ਰਿਸ਼ਟਸ ਦੇਹਾ। ਇੱਕ ਨਾਮ ਰੂਪੀ ਅੰਮ੍ਰਿਤ ਸ਼ਬਦ ਦੀ ਮਿਹਰ ਕਰ ਦੇਵੇ ਤੇ ਸਾਹਿਬ ਗੁਰੂ ਨਾਨਕ ਕਹਿੰਦੇ ਨੇ ਤਉ ਨਾਨਕ ਤ੍ਰਿਸ਼ਟਸ ਦੇਹਾ। ਤੇ ਮਨ ਸਥਿਤੀ ਵਿੱਚ ਆ ਜਾਂਦਾ, ਟਿਕਾਓ ਵਿੱਚ ਆ ਜਾਂਦਾ, ਪਰਮੇਸ਼ਰ ਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ ਹੈ। ਇਸੇ ਨੂੰ ਪਾਤਸ਼ਾਹ ਕਹਿੰਦੇ ਨੇ ਉਨ ਮਨ 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 ਹੀ ਮਿਲੇ ਛੁਟਕਤ ਵਜਰ ਕਪਾਟ। ਭਰਮ ਦਾ ਪਰਦਾ ਜਿਹੜਾ ਬਜਰੀ ਦਾ ਦਰਵਾਜ਼ਾ ਸੀ, ਅੰਦਰ ਹਉਮੈ ਦਾ ਦਰਵਾਜ਼ਾ ਸੀ, ਵਿਕਾਰਾਂ ਦਾ, ਮੈਂ ਮੇਰੀ ਦਾ, ਬੇਈਮਾਨੀ ਦਾ, ਉਹ ਪਰਦਾ ਹੀ ਫਟ ਗਿਆ। ਇਸ ਲਈ ਪਾਤਸ਼ਾਹ ਕਹਿੰਦੇ ਨੇ ਛੁਟਕਤ ਵਜਰ ਕਪਾਟ। ਵਜਰ ਰੂਪੀ ਜਿਹੜਾ ਦਰਵਾਜ਼ਾ ਬੰਦ ਸੀ ਨਾ ਹਉਮੈ ਦਾ, ਉਹ ਟੁੱਟ ਗਿਆ ਏ। ਛੁਟਕਤ ਵਜਰ ਕਪਾਟ ਭਗਤ ਜੁਗਤ ਮਤ ਸਤ ਕਰੀ। ਸਤਿਗੁਰ ਦੇ ਚਰਨਾਂ ਵਿੱਚੋਂ ਭਗਤੀ ਦੀ ਜੁਗਤੀ ਤੇ ਮੁਕਤੀ ਦੀ ਜੁਗਤੀ ਸ਼ਬਦ ਪ੍ਰਾਪਤ ਹੋ ਗਿਆ। ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰੂ। ਭਰਮਾਂ ਦੀ ਸ਼ੰਕਿਆਂ ਦੇ ਬੰਧਨ ਕੱਟੇ ਗਏ। ਸੋਈ ਵਸ ਰਸ ਮਨ ਮਿਲੇ। ਉਹੀ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦਾ ਅੰਮ੍ਰਿਤ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ। ਸੋਈ ਵਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰੂ। ਹੁਣ ਪਤਾ ਲੱਗ ਗਿਆ ਏ ਕਿ ਸਰਗੁਣ ਵੀ ਸੰਸਾਰ ਦੇ ਰੂਪ ਅੰਦਰ ਹੀ ਪਰਮੇਸ਼ਰ ਹੈ ਤੇ ਨਿਰਗੁਣ ਵੀ ਪਰਮੇਸ਼ਰ ਆਪ ਹੀ ਹੈ। ਇਸ ਲਈ ਜੇ ਤੋ ਪਿਰਿਆਂ ਦੀ ਸਿੱਕ ਹਿਆਉ ਨ ਠਾਹੇ ਕਹਿੰਦਾ। ਜ਼ਿੰਦਗੀ ਵਿੱਚ ਕੀਤੇ ਕੁਕਰਮਾਂ ਦੀਆਂ ਭੁੱਲਾਂ ਖਿਮਾ ਦਾਤਨਾ ਪਰਮੇਸ਼ਰ ਕਿਰਪਾ ਕਰ। ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਿਨ ਕਦੇ ਨ ਝੁਕਨ ਹਾਵੈ। ਪਰਮੇਸ਼ਰ ਇੰਨੇ ਕੁ ਸਾਡੇ ਕੋਲੋਂ ਅਪਰਾਧ ਹੋਏ ਨੇ, ਅਸੀਂ ਕਦੇ ਵੀ ਛੁਟਕਾਰਾ ਨਹੀਂ ਪਾ। ਪਰ ਪਰਮੇਸ਼ਰ ਕਿਰਪਾ ਕਰੋ, ਆਪਣੇ ਚਰਨਾਂ ਵਿੱਚ ਥਾਂ ਦਿਓ। ਇਸ ਲਈ ਸਾਸੰਗ ਦੀ ਭੂਲੇ ਮਾਰਗ ਜਿਸਨੇ ਬਤਾਇਆ, ਐਸਾ ਗੁਰਬੜ ਭਾਗੀ ਪਾਇਆ। ਸਦਾਨੇ ਪੁਰਸ਼ਾਂ ਦੇ ਬਚਨ ਨੇ ਜਿਸਨੂੰ ਪਾਤਸ਼ਾਹ ਕਹਿੰਦੇ ਨੇ ਬੁਰੇ ਨਾਲ ਸਭ ਕਰਨ ਬੁਰਾਈ ਮਾਫ ਕਰਨ ਲਈ ਸਿਆਣੇ। ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੀ। ਕਿਉਂਕਿ ਸਾਧ ਸੰਗਤ ਜੀ ਗੁਰੂ ਜੀ ਮੇਰਾ ਲੇਖ ਲਿਖਦਾ ਹੱਥ ਕਲਮ ਮੇਰ ਦੀ ਫੜ ਕੇ। ਗੁਰੂ ਜੀ ਮੇਰਾ ਲੇਖ ਲਿਖਦਾ ਹੱਥ ਕਲਮ ਮੇਰ ਦੀ ਫੜ ਕੇ। ਕਾਗਦ ਕਰਨੀ ਕਾਗਦ ਮਨ ਵਸਵਾਣੀ। ਕਰਨੀ ਕਾਗਦ ਮਨ ਵਸਵਾਣੀ। ਬੁਰਾ ਭਲਾ ਦੁ ਲੇਖ ਪਏ ਜਿਉਂ ਜਿਉਂ ਕਿਰਤ ਚਲਾਈ ਤਿਉਂ ਚਲੀਏ। ਤੋ ਗੁਣ ਨਾਹੀ ਤੋ ਗੁਣ ਨਾਹੀ ਅੰਤਰੇ। ਗੁਰੂ ਜੀ ਮੇਰਾ ਲੇਖ ਲਿਖਦਾ ਹੱਥ ਕਲਮ ਮੇਰ ਦੀ ਫੜ ਕੇ। ਹੱਥ ਕਲਮ ਮੇਰ ਦੀ ਫੜ ਕੇ। ਸਾਧ ਸੰਗਤ ਜੀ ਗੁਰੂ ਕਿਰਪਾ ਕਰ ਦਿੰਦੇ। ਇਸ ਲਈ ਐਸੀ ਕਿਰਪਾ ਮੋਹੇ ਕਰੋ। ਸੰਤਾਂ ਚਰਨ ਹਮਾਰੂ ਮਾਥਾ ਨੈਣ ਦਰ ਤਨ ਤੂਰ ਪਰੋ।
गुर का शब्द मेरे हीरे वासे, हर नामा मन सन उतरो। तस्कर पंच निवारू, ठाकर सगलू भरमा होम जरो। जो तुम करो सोई भल मानै, पावन दुविधा दूर टरो। तस्कर पंच निवारू, ठाकर सगलू भरमा होम जरो। नानक के प्रभ तुम ही दाते, संत संग ले माहि तरु। नानक की प्रभ तुम ही दाते, संत संग ले। इसलिए परमेश्वर किरपा कर, साधुआं दी, सतपुरशां दी, भलियां दी संगत बख्शी सी। साध संगत जी, होइयां भुल्लां दी खिमा करो, अरदास करोना महावारी शांत होवे। दुखिया दर्द बंद दर आया, बहुत प्रयास जवाब ना पाया। कह रविदास शरण प्रभ तेरी, ज्यों जानो त्यों कर गत मेरी। वाहिगुरू जी का खालसा, वाहिगुरू जी की फतेह।